प्यारे बच्चों, ਅੱਜ ਆਪਾਂ ਕਰਨ ਜਾ ਰਹੇ ਹਾਂ ਸੈਂਪਲ ਪੇਪਰ ਗਣਿਤ ਦਾ ਜੋ ਸਾਨੂੰ ਦਸੰਬਰ ਵਿੱਚ ਪੇਪਰ ਹੋਣ ਜਾ ਰਹੇ ਹਨ। ਉਹ ਪੇਪਰ ਇਸ ਤਰ੍ਹਾਂ ਦੇ ਹੀ ਹੋਣਗੇ। ਆਓ ਵੇਖਦੇ ਹਾਂ ਸੈਂਪਲ ਪੇਪਰ ਮੈਥ ਦਾ। ਬੱਚਿਓ, ਸਾਡਾ ਜਿਹੜਾ ਪੇਪਰ ਹੈ 40 ਅੰਕਾਂ ਦਾ ਹੋਏਗਾ। ਸਮਾਂ ਸਾਡੇ ਕੋਲ ਜੀ 45 ਮਿੰਟ। ਸਾਰੇ ਪ੍ਰਸ਼ਨ ਜਿਹੜੇ ਬਹੁ ਵਿਕਲਪੀ ਹੋਣਗੇ। ਬਹੁ ਵਿਕਲਪੀ ਮਤਲਬ ਸਾਨੂੰ 4 ਉੱਤਰ ਦਿੱਤੇ ਹੋਣੇ ਆ ਤੇ ਅਸੀਂ ਹਰ ਉੱਤਰ ਨੂੰ ਜੋ ਸਹੀ ਆ ਉਹ ਸਰਕਲ ਜਾਂ ਟਿਕ ਕਰਾਂਗੇ। ਹਰ ਇੱਕ ਜਿਹੜਾ ਸਵਾਲ ਆ ਉਹ 2 ਅੰਕ ਦਾ ਹੋਏਗਾ। ਆਓ ਦੇਖਦੇ ਹਾਂ ਸਵਾਲ ਨੰਬਰ 1। ਹੇਠਾਂ ਦਿੱਤੇ ਗਿਣਤਾਰੇ ਤੇ ਦਰਸਾਈ ਗਈ ਸੰਖਿਆ ਪਤਾ ਕਰੋ। ਬੱਚਿਓ, ਸਾਨੂੰ ਗਿਣਤਾਰਾ ਦਿੱਤਾ ਗਿਆ ਆ। ਇਹ ਜਿਹੜੀ ਸੰਖਿਆ ਬਣ ਰਹੀ ਆ ਅਸੀਂ ਹੁਣ ਇਹ ਦੇਖਣੀ ਆ। ਜਦੋਂ ਵੀ ਸਾਨੂੰ ਗਿਣਤਾਰਾ ਦਿੱਤਾ ਗਿਆ ਤਾਂ ਅਸੀਂ ਕੀ ਕਰਨਾ ਆ, ਇਸ ਦੇ ਵਿੱਚ ਜੋ ਬੀਟਸ ਜਾਂ ਜੋ ਮੰਨ ਕੇ ਦਿੱਤੇ ਗਏ ਹਨ ਇਹਨਾਂ ਨੂੰ ਅਸੀਂ ਗਿਣਨਾ ਹੈ। ਪਹਿਲਾਂ ਆਓ ਆਪਾਂ ਗਿਣਦੇ ਹਾਂ ਇਕਾਈ ਵਾਲੇ ਸਥਾਨ ਤੇ। ਇਹ ਜਿਹੜਾ ਆ ਇਹ ਇਕਾਈ ਹੈ। 1 2 3 4 5 6 7। ਬੱਚਿਓ, ਇਕਾਈ ਵਾਲੇ ਸਥਾਨ ਤੇ ਸਾਡੇ ਕੋਲ ਆ ਰਿਹਾ 7। ਅਸੀਂ ਇੱਥੇ 7 ਲਿਖ ਲੈਂਦੇ ਹਾਂ। ਫਿਰ ਇਹ ਦਹਾਈ ਦਾ ਸਥਾਨ ਆ, ਕੋਈ ਮਣਕਾ ਨਹੀਂ। ਜਿੱਥੇ ਕੋਈ ਮਣਕਾ ਨਹੀਂ ਇਹਦਾ ਮਤਲਬ ਇਹਨੂੰ ਆਪਾਂ 0 ਲਿਖਾਂਗੇ। ਫਿਰ ਆਪਾਂ ਹੁਣ ਇੱਥੇ ਲਿਖਾਂਗੇ 0। ਫਿਰ ਸੈਂਕੜਾ ਵੀ ਸਾਡੇ ਕੋਲ ਆ ਰਿਹਾ 0। ਫਿਰ ਉਸ ਤੋਂ ਬਾਅਦ ਹਜ਼ਾਰ ਵਾਲੇ ਵਿੱਚ ਸਾਡੇ ਕੋਲ 3 ਬਣ ਕੇ, ਇਹਦਾ ਮਤਲਬ ਇੱਥੇ ਹੁਣ ਅਸੀਂ ਕੀ ਲਿਖਾਂਗੇ 3। ਉਸ ਤੋਂ ਬਾਅਦ ਆ ਸਾਡੇ ਕੋਲ ਫਿਰ 3 ਬਣ ਕੇ। ਬੱਚਿਓ, ਇਹ ਜੋ ਮੈਂ ਲਿਖ ਕੇ ਤੁਹਾਨੂੰ ਕਰਾ ਰਿਹਾ, ਤੁਸੀਂ ਪੇਪਰ ਵਿੱਚ ਇੱਦਾਂ ਨਹੀਂ ਕਰਨਾ। ਇਹ ਸਿਰਫ ਤੁਹਾਨੂੰ ਸਮਝਾਉਣ ਲਈ ਕਰਵਾ ਰਿਹਾ। ਜਿਹੜੇ ਬੱਚੇ ਸਿੱਧਾ ਇੱਥੋਂ ਸੰਖਿਆ ਬਣਾ ਸਕਦੇ ਆ ਉਹਨਾਂ ਨੇ ਗਿਣਤਾਰੇ ਨੂੰ ਦੇਖ ਕੇ ਹੀ ਜਿਹੜਾ ਸਹੀ ਉੱਤਰ ਦੀ ਚੋਣ ਕਰ ਲੈਣੀ ਆ। ਹੁਣ ਬੱਚਿਓ, ਇਹ ਜਿਹੜੀ ਸੰਖਿਆ ਬਣ ਗਈ ਆ ਇਹ ਸਾਡੇ ਕੋਲ ਸੰਖਿਆ ਬਣ ਗਈ ਆ 33007। ਆਓ ਦੇਖਦੇ ਹਾਂ ਸਹੀ ਉੱਤਰ। ਬੱਚਿਓ, ਪਹਿਲੇ ਆਪਸ਼ਨ ਹੈ 33700, 33007, 3307 ਔਰ 70033। ਪਰ ਸਾਡਾ ਸਹੀ ਆਨਸਰ ਆ ਉਹ ਹੈ 33007। ਇਹਨੂੰ ਅਸੀਂ ਸਰਕਲ ਕਰ ਦੇਣਾ ਆ ਤੇ ਸਾਰਾ ਪੇਪਰ ਕਰਨ ਤੋਂ ਬਾਅਦ ਅਸੀਂ OMR ਸ਼ੀਟ ਵੀ ਜਿਹੜੀ ਭਰਨੀ ਆ। ਬੱਚਿਓ, ਜੋ ਵੀ ਇਹਦੇ ਵਿੱਚ ਮੈਂ ਹੁਣ ਤੁਹਾਨੂੰ ਲਿਖ ਕੇ ਸਮਝਾਵਾਂਗਾ ਪੇਪਰ ਵਿੱਚ ਤੁਹਾਨੂੰ ਉਸ ਤਰ੍ਹਾਂ ਕਰਨ ਦੀ ਲੋੜ ਨਹੀਂ ਹੈ। ਜੇ ਤੁਸੀਂ ਸਿੱਧਾ ਹੀ ਉੱਤਰ ਲੱਭ ਸਕਦੇ ਹੋ ਤਾਂ ਤੁਸੀਂ ਉਸ ਤਰ੍ਹਾਂ ਹੀ ਕਰਨਾ ਆ। ਆਓ ਦੇਖਦੇ ਹਾਂ ਸਵਾਲ ਨੰਬਰ 2। ਦਿੱਤੇ ਗਏ ਫਲੈਸ਼ ਕਾਰਡ ਦੀ ਵਰਤੋਂ ਨਾਲ 5 ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਕਿਹੜੀ ਹੋਵੇਗੀ। ਬੱਚਿਓ, ਸਾਨੂੰ ਇਹ 5 ਜਿਹੜੇ ਫਲੈਸ਼ ਕਾਰਡ ਦਿੱਤੇ ਗਏ ਆ ਇਹਨਾਂ ਤੋਂ ਅਸੀਂ ਛੋਟੀ ਤੋਂ ਛੋਟੀ ਸੰਖਿਆ ਬਣਾਉਣੀ ਆ। ਜਦੋਂ ਵੀ ਅਸੀਂ ਛੋਟੀ ਤੋਂ ਛੋਟੀ ਸੰਖਿਆ ਬਣਾਉਣੀ ਆ ਤਾਂ ਸਭ ਨੂੰ ਅੱਗੇ ਅਸੀਂ ਸਭ ਨਾਲੋਂ ਛੋਟਾ ਅੰਕ ਲਿਖਾਂਗੇ। ਪਰ ਇੱਕ ਗੱਲ ਦਾ ਖਿਆਲ ਰੱਖਣਾ, ਜਦੋਂ ਸਾਨੂੰ 0 ਵੀ ਦਿੱਤੀ ਹੋਵੇ ਤਾਂ ਅਸੀਂ 0 ਸਭ ਨੂੰ ਪਹਿਲਾਂ ਨਹੀਂ ਲਿਖਣੀ ਜਾਂ ਇਹਨੂੰ ਸ਼ੁਰੂਆਤ ਵਿੱਚ ਨਹੀਂ ਲਿਖਣਾ। ਹੁਣ 0 ਨੂੰ ਛੱਡ ਕੇ ਸਭ ਨੂੰ ਛੋਟਾ ਅੰਕ ਕਿਹੜਾ ਸਾਡੇ ਕੋਲ ਆ ਰਿਹਾ 4। ਸਭ ਨੂੰ ਪਹਿਲਾਂ ਸਾਡੇ ਕੋਲ ਆ ਜਾਏਗਾ 4। ਇਸ ਤੋਂ ਬਾਅਦ ਅਸੀਂ 0 ਦੀ ਵਰਤੋਂ ਕਰਨੀ ਆ। ਹੁਣ ਆ ਗਈ ਹੈ 0। ਬੱਚਿਓ, ਫਿਰ ਉਸ ਤੋਂ ਬਾਅਦ ਆ 6। ਫਿਰ ਉਸ ਤੋਂ ਬਾਅਦ ਹੈ ਜੀ 8। 8 ਤੋਂ ਬਾਅਦ ਆਏਗਾ 9। ਇਹ ਜਿਹੜੀ ਸਾਡੇ ਕੋਲ ਸੰਖਿਆ ਬਣ ਗਈ ਆ ਇਹ ਬਣ ਗਈ ਹੈ 40699। ਸੋ ਸਾਡਾ ਰਾਈਟ ਆਨਸਰ ਹੋਏਗਾ ਬੱਚਿਓ ਆਪਸ਼ਨ ਨੰਬਰ ਡੀ 40699। ਬੱਚਿਓ, ਇਸ ਵਿੱਚ ਇਹ ਜ਼ਰੂਰ ਖਿਆਲ ਰੱਖਣਾ ਵੀ ਤੁਸੀਂ 0 ਨੂੰ ਸਭ ਨੂੰ ਪਹਿਲਾਂ ਨਹੀਂ ਲਿਖਣਾ। 0 ਨੂੰ ਸਭ ਨੂੰ ਉਸ ਤੋਂ ਬਾਅਦ ਜਿਹੜਾ ਛੋਟਾ ਅੰਕ ਜਿਸ ਤਰ੍ਹਾਂ 4 ਸੀ 4 ਲਿਖਣ ਤੋਂ ਬਾਅਦ ਇਹਦੀ ਵਰਤੋਂ ਕਰਨੀ ਹੈ। ਆਓ ਦੇਖਦੇ ਹਾਂ ਸਵਾਲ ਨੰਬਰ 3। ਹੇਠਾਂ ਦਿੱਤੀ ਸਥਾਨਕ ਮੁੱਲ ਸਾਰਣੀ ਵਿੱਚ 7 ਕਿਹੜੇ ਸਥਾਨ ਤੇ ਹੈ। ਬੱਚਿਓ, ਜਿਹੜੀ ਸਾਨੂੰ ਮੁੱਲ ਸਾਰਣੀ ਦਿੱਤੀ ਗਈ ਆ ਇਹਦੇ ਵਿੱਚੋਂ ਆਪਾਂ ਲੱਭਣਾ 7। ਆਪਾਂ ਫਟਾਫਟ ਦੇਖਾਂਗੇ ਵੀ 7 ਸਾਡਾ ਕਿੱਥੇ ਹੈ। 7 ਸਾਡਾ ਜਿਹੜਾ ਆ ਉਹ ਹਜ਼ਾਰ ਵਾਲੇ ਸਥਾਨ ਤੇ ਹੈ। ਆਓ ਦੇਖਦੇ ਹਾਂ ਸਹੀ ਆਨਸਰ। ਦਹਾਈ, ਸੈਂਕੜਾ, ਹਜ਼ਾਰ, ਇਕਾਈ ਔਰ ਸਹੀ ਆਨਸਰ ਸਾਡਾ ਆ ਆਪਸ਼ਨ ਸੀ 1000। ਆਪਾਂ ਇਹਨੂੰ ਸਰਕਲ ਕਰ ਦਿੱਤਾ ਹੈ। ਸਵਾਲ ਨੰਬਰ 4।
4 ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਦੀ ਅਗੇਤਰ ਸੰਖਿਆ ਕੀ ਹੋਵੇਗੀ। ਬੱਚਿਓ ਯਾਦ ਰੱਖਣਾ, ਜਦੋਂ ਵੀ ਅਸੀਂ ਵੱਡੀ ਤੋਂ ਵੱਡੀ ਸੰਖਿਆ ਲਿਖਣੀ ਆ ਅਸੀਂ ਕੀ ਕਰਨਾ ਆ, 9 ਦੀ ਵਰਤੋਂ ਕਰਨੀ ਸਾਰੇ। ਤੇ ਜਦੋਂ ਅਸੀਂ ਛੋਟੀ ਤੋਂ ਛੋਟੀ ਲਿਖਣੀ ਹੋਵੇ ਫਿਰ ਅਸੀਂ 1 ਦੇ ਨਾਲ ਜ਼ੀਰੋਆਂ ਪਾ ਕੇ ਲਿਖਦੇ ਹਾਂ। ਹੁਣ ਇਹਦੇ ਵਿੱਚ ਕੀ ਆ, 4 ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਜਿਹੜੀ ਸਾਡੇ ਕੋਲ ਆਏਗੀ 9999। ਤੇ ਇਹ ਤੋਂ ਅਗਲੀ ਇੱਕ ਸੰਖਿਆ ਜਿਹੜੀ ਹੋਏਗੀ ਉਹ ਹੋਏਗੀ ਬੱਚਿਓ 10000। ਇਹ ਖਿਆਲ ਰੱਖਣਾ, ਇਹ ਸਿਰਫ ਆਪਾਂ ਤੁਹਾਨੂੰ ਸਮਝਾਉਣ ਲਈ ਕਰ ਰਹੇ ਹਾਂ। 9999। ਪਹਿਲਾਂ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਸਭ ਨੂੰ ਵੱਡੀ ਸੰਖਿਆ ਜਿਹੜੀ 4 ਅੰਕਾਂ ਦੀ ਕਿਹੜੀ ਆ। ਜਦੋਂ ਵੀ ਵੱਡੀ ਸੰਖਿਆ ਬਣਾਉਣੀ ਅਸੀਂ ਸਭ ਨੂੰ ਪਹਿਲਾਂ ਨਾਇਆਂ ਦੀ ਵਰਤੋਂ ਕਰਨੀ। ਜਿੰਨੇ ਕਹੇ, ਜਦੋਂ ਸਾਨੂੰ 4 ਅੰਕ ਆਏ ਆ ਤਾਂ ਅਸੀਂ 4 ਵਾਰੀ ਨਾਏ ਲਿਖ ਲਏ। ਜੇ ਸਾਨੂੰ 3 ਅੰਕਾਂ ਦੀ ਵੱਡੀ ਸੰਖਿਆ ਕਹੀ ਹੋਵੇ ਫਿਰ 3 ਨਾਇਆਂ ਤੋਂ ਬਣੇਗੀ। 2 ਅੰਕਾਂ ਦੀ ਜੇ ਸਾਨੂੰ ਵੱਡੀ ਸੰਖਿਆ ਕਹੀ ਗਈ ਹੋਵੇ ਫਿਰ ਅਸੀਂ 2 ਨਾਏ ਨਾਲ ਲਿਖਾਂਗੇ। ਹੁਣ ਇਹ ਤੋਂ ਅਗਲੀ ਸੰਖਿਆ ਦਾ ਮਤਲਬ ਅਸੀਂ ਇਹਦੇ ਵਿੱਚ 1 ਜੋੜਨਾ ਆ। ਜਦੋਂ ਅਸੀਂ ਇਹਦੇ ਵਿੱਚ 1 ਜੋੜਾਂਗੇ ਤੇ ਇਹ ਸਾਡੇ ਕੋਲ ਬੱਚਿਓ ਆ ਜਾਣਾ ਆ 10000। ਸੋ ਸਾਡਾ ਰਾਈਟ ਆਨਸਰ ਹੋਏਗਾ ਆਪਸ਼ਨ ਬੀ। ਆਓ ਦੇਖਦੇ ਹਾਂ ਸਵਾਲ ਨੰਬਰ 5। ਹੇਠਾਂ ਦਿੱਤੀਆਂ ਵਸਤੂਆਂ ਵਿੱਚੋਂ ਕਿਹੜੀ ਵਸਤੂ ਦਾ ਮੁੱਲ ਸਭ ਤੋਂ ਘੱਟ ਹੈ। ਬੱਚਿਓ ਸਾਨੂੰ ਪੱਖਾ ਦਿੱਤਾ ਹੈ 2500 ਦਾ, LED ਹੈ 10500 ਦੀ, ਰੇਡੀਓ 560 ਰੁਪਏ ਦਾ, ਔਰ ਜਿਹੜੀ ਫ੍ਰਿਜ ਆ ਉਹ ਹੈ 32500, ਔਰ ਸਭ ਨਾਲੋਂ ਘੱਟ ਮੁੱਲ ਜਿਹੜਾ ਉਹ ਹੈ ਰੇਡੀਓ ਦਾ 560 ਰੁਪਏ। ਸੋ ਸਾਡਾ ਰਾਈਟ ਆਨਸਰ ਹੋਏਗਾ ਆਪਸ਼ਨ ਸੀ, ਰੇਡੀਓ। ਸਵਾਲ ਨੰਬਰ 6। ਹੇਠ ਲਿਖਿਆ ਵਿੱਚੋਂ ਗਲਤ ਕਥਨ ਦੀ ਚੋਣ ਕਰੋ। ਬੱਚਿਓ ਜਿਹੜਾ ਗਲਤ ਹੈਗਾ ਅਸੀਂ ਉਹੀ ਸਾਡਾ ਆਨਸਰ ਆ। ਸਾਨੂੰ ਪਹਿਲਾਂ ਦਿੱਤਾ 24 ਦਾ ਗੁਣਨਖੰਡ ਹੈ, ਇਹ ਸਹੀ ਹੈ। ਸੰਖਿਆ 1 ਨਾ ਤਾਂ ਭਾਜ ਹੈ ਅਤੇ ਨਾ ਹੀ ਅਭਾਜ, ਇਹ ਵੀ ਸਹੀ ਆ। ਅੰਕ 2 ਸਭ ਤੋਂ ਛੋਟੀ ਜਿਸ ਅਭਾਜ ਸੰਖਿਆ ਹੈ, ਇਹ ਵੀ ਠੀਕ ਹੈ। 36 5 ਅਤੇ 7 ਦਾ ਗੁਣਜ ਹੈ। ਬੱਚਿਓ ਇਹ ਗਲਤ ਹੈ। ਸੋ ਸਾਡਾ ਜਿਹੜਾ ਆਨਸਰ ਹੋਏਗਾ ਉਹ ਕੀ ਹੋਏਗਾ, ਆਪਸ਼ਨ ਡੀ। ਆਓ ਦੇਖਦੇ ਹਾਂ ਸਵਾਲ ਨੰਬਰ 7। ਹੇਠਾਂ ਦਿੱਤੇ ਸਮੂਹਾਂ ਵਿੱਚੋਂ ਕਿਹੜਾ ਸਮੂਹ ਜਿਸਤ ਸੰਖਿਆਵਾਂ ਦਾ ਹੈ। ਬੱਚਿਓ ਜਿਸਤ ਸੰਖਿਆਵਾਂ ਤੁਸੀਂ ਜਾਣਦੇ ਹੋਗੇ ਕੀ ਹੁੰਦੀਆਂ, ਪਰ ਆਪਾਂ ਫਿਰ ਦੇਖ ਲੈਂਦੇ ਹਾਂ। ਉਹ ਸੰਖਿਆ ਜਿਹੜੀ 2 ਦੇ ਨਾਲ ਵੰਡ ਹੁੰਦੀ ਹੈ ਉਸ ਨੂੰ ਅਸੀਂ ਜਿਸਤ ਸੰਖਿਆ ਕਹਿੰਦੇ ਹਾਂ। ਔਰ ਇਸ ਨੂੰ ਪਛਾਣ ਕਰਨ ਦਾ ਢੰਗ ਕੀ ਹੈ, ਤੁਸੀਂ ਯਾਦ ਰੱਖਣਾ ਵੀ ਕਿਸੇ ਵੀ ਸੰਖਿਆ ਦੇ ਜੇ ਅਖੀਰ ਦੇ ਵਿੱਚ 0 ਜਾਂ ਉਹ ਅੰਕ ਹੋਏਗਾ ਜਿਹੜਾ 2 ਦੇ ਪਹਾੜੇ ਤੇ ਆਉਂਦਾ, ਉਹ ਕੀ ਆ, ਜਿਸਤ ਸੰਖਿਆ ਹੋਏਗੀ। ਹੁਣ ਆਪਾਂ ਕੀ ਕਰਨਾ ਆ, ਇਹਨਾਂ ਸਾਰੇ ਦਿੱਤੇ ਆਨਸਰ ਚੋਂ ਉਹ ਸਾਡਾ ਰਾਈਟ ਆਨਸਰ ਹੋਏਗਾ ਜਿਸ ਦੇ ਵਿੱਚ ਸਾਰੀਆਂ ਸੰਖਿਆਵਾਂ ਜਿਸਤ ਹਨ। ਆਓ ਦੇਖਦੇ ਹਾਂ ਬੱਚਿਓ, ਲਾਸਟ ਵਿੱਚ 2 ਆ, 2 ਦੇ ਪਹਾੜੇ 'ਚ ਆਉਂਦਾ, ਇਹ ਜਿਸਤ ਆ। ਇਹਦੇ ਅਖੀਰ ਦੇ ਵਿੱਚ 3 ਆ, ਇਹ 3 ਜਿਹੜਾ 2 ਦੇ ਪਹਾੜੇ ਵਿੱਚ ਨਹੀਂ ਆਉਂਦਾ, ਇਸ ਲਈ ਇਹ ਜਿਸਤ ਸੰਖਿਆ ਨਹੀਂ ਤੇ ਇਹੀ ਸਾਡਾ ਉੱਤਰ ਵੀ ਨਹੀਂਗਾ। ਚਲੋ ਅੱਗੇ ਚੱਲਦੇ ਆ। ਇੱਥੇ ਸਾਡੇ ਕੋਲ ਫਿਰ 2 ਆ, 2 ਨਹੀਂ ਦੇ ਪਹਾੜੇ ਵਿੱਚ ਆਉਂਦਾ। ਫਿਰ ਆਪਾਂ ਅਗਲੀ ਸੰਖਿਆ ਚੈੱਕ ਕਰਦੇ ਆ, 18। ਲਾਸਟ ਵਿੱਚ ਸਾਡੇ ਕੋਲ 8 ਆ, 8 ਵੀ ਜਿਹੜਾ ਆ 2 ਦੇ ਪਹਾੜੇ ਵਿੱਚ ਆਉਂਦਾ ਆ, 2 ਚੌਕੇ 8, ਇਹਦਾ ਮਤਲਬ ਅਜੇ ਤੱਕ ਇਹ ਵੀ ਠੀਕ ਆ। ਫਿਰ ਸਾਡੇ ਕੋਲ ਲਾਸਟ ਵਿੱਚ 0 ਆ, ਜਦੋਂ 0 ਵੀ ਹੋਵੇ ਉਹ ਵੀ ਜਿਸਤ ਦਾ ਹਿੱਸਾ ਹੁੰਦਾ, ਇਸ ਲਈ ਇਹ ਵੀ ਜਿਸਤ ਆ। ਫਿਰ ਸਾਡੇ ਕੋਲ ਇਸ ਸੰਖਿਆ ਵਿੱਚ ਆ ਗਿਆ, ਲਾਸਟ ਵਿੱਚ ਆ ਰਿਹਾ 4। ਜਿਹੜੇ 4 ਆ ਉਹ ਵੀ 2 ਦੇ ਪਹਾੜੇ ਵਿੱਚ ਆਉਂਦੇ ਆ, ਇਸ ਲਈ ਇਹ ਸੰਖਿਆ ਵੀ ਜਿਸਤ ਹੈ। ਇਹਦਾ ਮਤਲਬ ਜਿਹੜਾ B ਸਮੂਹ ਆ ਇਹਦੀਆਂ ਸਾਰੀਆਂ ਸੰਖਿਆਵਾਂ ਜਿਸਤ ਆ ਰਹੀਆਂ ਹਨ। ਆਪਾਂ ਤੁਹਾਨੂੰ ਸਮਝਾਉਣ ਲਈ ਅਗਲੀ ਆਪਸ਼ਨ ਵੀ ਦੇਖਦੇ ਹਾਂ। ਹੁਣ ਇਸ ਆਪਸ਼ਨ ਦੇ ਵਿੱਚ ਅਖੀਰ ਵਿੱਚ ਆ ਗਿਆ 1, 2 ਦੇ ਪਹਾੜੇ ਵਿੱਚ 1 ਨਹੀਂ ਆਉਂਦਾ, ਇਸ ਲਈ ਇਹ ਜਿਸਤ ਨਹੀਂ ਹੈ। ਔਰ ਇਸ ਸੰਖਿਆ ਵਿੱਚ ਲਾਸਟ ਵਿੱਚ ਆ ਗਿਆ 3, 2 ਦੇ ਪਹਾੜੇ ਵਿੱਚ 3 ਵੀ ਨਹੀਂ ਆਉਂਦੇ, ਇਸ ਲਈ ਇਹ ਵੀ ਕੀ ਜਿਸਤ ਨਹੀਂ ਹੈ। ਇਸੇ ਤਰ੍ਹਾਂ 5 ਤੇ 9 ਉਹ ਵੀ 2 ਦੇ ਪਹਾੜੇ 'ਚ ਨਹੀਂ ਆਉਂਦੇ, ਇਹ ਕੋਈ ਵੀ ਸੰਖਿਆ ਜਿਸਤ ਨਹੀਂ ਆ। ਹੁਣ ਆਪਾਂ ਜੇ ਡੀ ਦੇਖੀਏ, ਲਾਸਟ ਵਿੱਚ 1 2 ਦੇ ਪਹਾੜੇ 'ਚ ਨਹੀਂ ਆਉਂਦਾ, ਫਿਰ 3 2 ਦੇ ਪਹਾੜੇ ਵਿੱਚ ਨਹੀਂ ਆਉਂਦਾ, ਲਾਸਟ ਵਿੱਚ 8 ਆ, 8 ਜਿਹੜਾ 2 ਨਾਲ ਵੰਡ ਹੁੰਦਾ ਜਾਂ 2 ਦੇ ਪਹਾੜੇ ਵਿੱਚ ਆਉਂਦਾ ਆ। ਜੇ 0 ਆ ਇਹ ਵੀ ਜਿਸਤ ਆ।
ਇਸੇ ਵਿੱਚ ਵੀ ਜਿਹੜੀਆਂ ਦੋ ਸੰਖਿਆਵਾਂ ਆ ਇਹ ਵਾਲੀਆਂ ਇਹ ਜਿਸਤ ਆ ਤੇ ਦੋ ਜਿਹੜੀਆਂ ਟਾਂਗ ਆ, ਪਰ ਸਾਰਾ ਸਮੂਹ ਜਿਹੜਾ ਜਿਸਤ ਨਹੀਂ, ਸਾਰਾ ਸਮੂਹ ਜਿਸ ਸਾਡਾ ਸੀ ਉਹ ਆਪਸ਼ਨ ਸੀ ਸਾਡੀ ਬੀ। ਸੋ ਅਸੀਂ ਆਪਸ਼ਨ ਬੀ ਨੂੰ ਰਾਈਟ ਆਂਸਰ ਮੰਨਾਂਗੇ। ਆਓ ਦੇਖਦੇ ਹਾਂ ਸਵਾਲ ਨੰਬਰ 8। ਦਿੱਤੀ ਗਈ ਆਕ੍ਰਿਤੀ ਦੇ ਰੰਗੇ ਭਾਗ ਦੀ ਭਿੰਨ ਕਿਹੜੀ ਹੈ? ਬੱਚਿਓ, ਭਿੰਨਾਂ ਵਾਲੇ ਸਵਾਲ ਆਪਾਂ ਪਹਿਲਾਂ ਵੀ ਤੁਹਾਨੂੰ ਬਹੁਤ ਸਮਝਾਏ ਸੀ ਔਰ ਬਹੁਤ ਬੱਚਿਆਂ ਨੂੰ ਯਾਦ ਵੀ ਹੋਣੇ ਆ। ਮੈਂ ਪਹਿਲਾਂ ਵੀ ਦੱਸਦਾ ਹੁੰਦਾ ਵੀ ਭਿੰਨ ਦੇ ਦੋ ਹਿੱਸੇ ਹੁੰਦੇ ਆ। ਉੱਪਰਲੇ ਹਿੱਸੇ ਨੂੰ ਆਪਾਂ ਕੀ ਬੋਲਦੇ ਆ? ਅੰਸ਼, ਔਰ ਜਿਹੜਾ ਹੇਠਾਂ ਵਾਲਾ ਹਿੱਸਾ ਉਹਨੂੰ ਬੋਲਦੇ ਆਪਾਂ ਹਰ। ਫਿਰ ਆਪਾਂ ਕੀ ਕਰਦੇ ਹੁੰਦੇ ਸੀਗੇ ਵੀ ਹਰ ਮੈਂ ਦੱਸਿਆ ਸੀ ਆਪਾਂ ਲੈਂਦੇ ਸੀ ਕੁੱਲ, ਜਿੰਨੀਆਂ ਕੁੱਲ ਚੀਜ਼ਾਂ ਹੋਣ। ਹੁਣ ਇਹਦੇ ਵਿੱਚ ਕੁੱਲ ਖਾਨੇ ਕਿੰਨੇ ਆ? 4। ਫਿਰ ਉਹ ਸਾਡਾ ਥੱਲੇ ਆ ਜਾਣਾ। ਜਿਸ ਚੀਜ਼ ਦੀ ਭਿੰਨ ਪੁੱਛੀ ਹੋਵੇ, ਹੁਣ ਪੁੱਛੀ ਭਿੰਨ ਸਾਨੂੰ ਰੰਗੇ ਭਾਗ ਦੀ, ਰੰਗੇ ਭਾਗ ਸਾਡੇ ਕੋਲ ਕਿੰਨੇ ਆ? 1 2 3। ਜਿਸ ਚੀਜ਼ ਦੀ ਭਿੰਨ ਪੁੱਛੀ ਆ ਉਹਦੀ ਗਿਣਤੀ ਆਪਾਂ ਉੱਪਰ ਲਿਖ ਦੇਣੀ। ਫਿਰ ਸਾਡੀ ਰੰਗੇ ਭਾਗ ਦੀ ਭਿੰਨ ਕਿੰਨੀ ਹੋ ਗਈ? 3/4। ਆਓ ਦੇਖਦੇ ਹਾਂ ਆਪਸ਼ਨਸ, ਔਰ 3/4 ਸਾਡੇ ਕੋਲ ਆ ਆਪਸ਼ਨ ਬੀ। ਸੋ ਸਾਡਾ ਰਾਈਟ ਆਂਸਰ ਹੋ ਜਾਏਗਾ ਬੀ। ਸਵਾਲ ਨੰਬਰ 9। ਹੇਠਾਂ ਦਿੱਤਿਆਂ ਵਿੱਚੋਂ ਕਿਹੜੇ ਭਿੰਨਾਂ ਦਾ ਜੋੜਾ ਤੁਲ ਭਿੰਨਾਂ ਨੂੰ ਦਰਸਾ ਰਿਹਾ ਹੈ? ਬੱਚਿਓ, ਤੁਲ ਭਿੰਨਾਂ ਦਾ ਵੀ ਮੈਂ ਦੱਸਿਆ ਸੀ। ਉਹ ਭਿੰਨਾਂ ਜਿਨ੍ਹਾਂ ਨੂੰ ਛੋਟੇ ਤੋਂ ਛੋਟਾ ਕਰਨ ਤੇ ਜਾਂ ਕੱਟਣ ਤੋਂ ਬਾਅਦ ਉਹ ਇੱਕੋ ਜਿਹੀਆਂ ਹੋ ਜਾਣ, ਉਹਨਾਂ ਨੂੰ ਤੁਲ ਭਿੰਨਾਂ ਕਹਿੰਦੇ ਹਨ। ਹੁਣ ਸਾਡੇ ਕੋਲ ਇਹਦੇ ਵਿੱਚ ਕੀ ਹੈਗਾ? ਇਹਦੇ ਵਿੱਚ ਸਾਡੇ ਕੋਲ ਆ ਰਿਹਾ ਬੱਚਿਓ 1/3 ਔਰ ਇਹਦੇ ਸਾਹਮਣੇ ਹੈਗੀ 6/9। ਇਹਨਾਂ ਨੂੰ ਮੈਂ ਕੱਟਣ ਦਾ ਢੰਗ ਵੀ ਤੁਹਾਨੂੰ ਪਹਿਲਾਂ ਦੱਸਿਆ ਸੀ ਵੀ ਇਹ ਦੋਨੋਂ 6 ਤੇ 9 ਕਿਹੜੇ ਪਹਾੜੇ 'ਚ ਆਉਂਦੇ ਆ? 3 ਦੇ ਪਹਾੜੇ 'ਚ। 3 ਦੇ ਪਹਾੜੇ 'ਚ ਕਿੱਥੇ ਆਉਂਦੇ ਆ? 6। 3 ਦੂਣੀ 6 ਤੇ 9 ਕਿੱਥੇ ਆਉਂਦੇ ਆ? 3 ਤੇ ਆ 9। ਇਹ ਜਿਹੜੀ ਭਿੰਨ ਸਾਡੀ ਬਣ ਗਈ, ਇਹ ਬਣ ਗਈ 2/3। ਇੱਧਰ ਸਾਡੇ ਕੋਲ ਹੈ 1/3। ਇਹ ਹੁਣ ਕੱਟਣ ਤੋਂ ਬਾਅਦ ਵੀ ਇੱਕੋ ਜਿਹੀਆਂ ਨਹੀਂ ਹੋਈਆਂ, ਇਸ ਲਈ ਇਹ ਤੁਲ ਭਿੰਨ ਨਹੀਂ ਹੈ। ਆਓ ਦੇਖਦੇ ਹਾਂ ਅਗਲਾ 3/4। ਜਦੋਂ ਬੱਚੋ ਇਹਨਾਂ ਨੂੰ ਕੱਟਾਂਗੇ, ਕੱਟਣ ਲਈ ਮੈਂ ਦੱਸਿਆ ਸੀ ਵੀ ਇਹ ਦੋਨੋਂ ਅੰਕ ਇੱਕ ਪਹਾੜੇ 'ਚ ਆਉਣੇ ਚਾਹੀਦੇ ਆ। ਹੁਣ 5 ਤੇ 20 ਦੋਨੋਂ ਕਿਹੜੇ ਪਹਾੜੇ 'ਚ ਆਉਂਦੇ ਆ? 5 ਵਿੱਚ। ਤੇ 5 ਦੇ ਪਹਾੜੇ 'ਚ 5 ਕਿੱਥੇ ਆਉਂਦੇ ਆ? ਉਹ ਅਸੀਂ ਇੱਥੇ ਲਾ ਦੇਣਾ 1 ਦੇ ਵਿੱਚ। 5 ਦੇ ਪਹਾੜੇ 'ਚ 20 ਕਿੱਥੇ ਆਉਂਦੇ ਆ? ਉਹ ਆਉਂਦੇ ਆ 5 ਚੌਕਾ 20। ਇਹ ਭਿੰਨ ਸਾਡੀ ਫਿਰ ਕੀ ਬਣ ਗਈ ਕੱਟਣ ਤੋਂ ਬਾਅਦ? 1/4। ਇੱਥੇ 3/4, ਇਹ 1/4, ਇਹ ਫਿਰ ਨਹੀਂ ਬਰਾਬਰ, ਇਸ ਲਈ ਇਹ ਵੀ ਤੁਲ ਭਿੰਨ ਨਹੀਂ ਹੈ। ਆਓ ਦੇਖਦੇ ਹਾਂ ਅਗਲੀ 5/6। ਇੱਧਰ ਆ ਜੀ 10/20। ਦੋਨੋਂ ਆਉਂਦੇ ਆ 10 ਦੇ ਪਹਾੜੇ 'ਚ। 10 ਦੇ ਪਹਾੜੇ 'ਚ 10 ਕਿੱਥੇ ਆਉਂਦਾ? 1 ਤੇ। 10 ਦੇ ਪਹਾੜੇ 'ਚ 20 ਕਿੱਥੇ ਆਉਂਦੇ? 2 ਤੇ। ਫਿਰ ਕੱਟਣ ਤੋਂ ਬਾਅਦ ਇਹ ਸਾਡੀ ਭਿੰਨ ਕੀ ਬਣ ਗਈ ਆ? ਇਹ ਬਣ ਗਈ ਸਾਡੀ 1/2। ਇਹ ਵੀ ਫਿਰ 5/6 ਦੇ ਬਰਾਬਰ ਨਹੀਂ, ਇਹ ਵੀ ਤੁਲ ਭਿੰਨ ਨੇ। ਆਓ ਹੁਣ ਆਪਾਂ ਦੇਖਦੇ ਹਾਂ ਅੱਗੇ 3/5 ਤੇ 6/10। ਹੁਣ ਜਿਹੜੀ ਭਿੰਨ ਅਸੀਂ ਕੱਟਣੀ ਆ ਉਹ ਹੈ ਸਾਡੇ ਕੋਲ 6/10। 6 ਅਤੇ 10 ਕਿਹੜੇ ਪਹਾੜੇ ਵਿੱਚ ਆਉਂਦੇ ਆ? ਉਹ ਪਹਾੜਾ ਹੈਗਾ ਬੱਚਿਓ 2 ਦਾ। 2 ਦੇ ਪਹਾੜੇ 'ਚ ਫਿਰ ਆਪਾਂ ਦੇਖਣਾ ਆ 6 ਕਿੱਥੇ ਆਉਂਦੇ ਆ? 2 ਦੇ ਪਹਾੜੇ 'ਚ 6 ਆਉਂਦੇ ਆ 3 ਤੇ। 2 ਤੇ 6 ਕੱਟ ਕੇ ਆਪਾਂ ਕੀ ਲਾਤਾ? 3। ਫਿਰ ਇਸੇ ਤਰ੍ਹਾਂ ਅਸੀਂ ਕੀ ਕਰਨਾ? 10 ਜਿਹੜਾ ਆ 2 ਦੇ ਪਹਾੜੇ 'ਚ ਕਿੱਥੇ ਆਉਂਦਾ? ਉਹ ਆਉਂਦਾ 5 ਤੇ। 2 5 10 ਤੇ ਫਿਰ ਇੱਥੇ ਅਸੀਂ ਕੀ ਕਰਤਾ? ਇਹ ਵੀ 3/5 ਆ ਗਈ ਔਰ ਇਹ ਵੀ 3/5 ਹੈ। ਇਹਦਾ ਮਤਲਬ ਇਹੋ ਕੀ ਹੋ ਗਈ? ਤੁਲ ਭਿੰਨ। ਫਿਰ ਆਪਾਂ ਕੀ ਕਰਾਂਗੇ? ਆਨਸਰ ਡੀ ਨੂੰ ਸਰਕਲ ਕਰ ਦੇਵਾਂਗੇ। ਆਓ ਦੇਖਦੇ ਹਾਂ ਸਵਾਲ ਨੰਬਰ 10। ਹੇਠਾਂ ਦਿੱਤੇ ਗ੍ਰਿਡ ਵਿੱਚ ਰੰਗਦਾਰ ਭਾਗ ਕਿਹੜੀ ਭਿੰਨ ਅਤੇ ਦਸ਼ਮਲਵ ਸੰਖਿਆ ਨੂੰ ਦਰਸਾਉਂਦਾ ਹੈ? ਬੱਚਿਓ, ਆਪਾਂ ਰੰਗਦਾਰ ਭਾਗ ਦੀ ਪਹਿਲਾਂ ਭਿੰਨ ਲੱਭਾਂਗੇ। ਜਦੋਂ ਆਪਾਂ ਭਿੰਨ ਲੱਭਣੀ ਆ, ਮੈਂ ਦੱਸਿਆ ਸੀ ਪਹਿਲਾਂ ਆਪਾਂ ਕੁੱਲ ਖਾਨੇ ਗਿਣਾਂਗੇ 1 2 3 4 5 6 7 8 9 10। ਬੱਚਿਓ, ਜਿਹੜੇ ਕੁੱਲ ਹੋਣ ਉਹ ਆਪਾਂ ਥੱਲੇ ਲਿਖਣੇ ਆ ਹੇਠਾਂ ਵੱਲ ਹਰ। ਜਿਹਦੀ ਭਿੰਨ ਪੁੱਛੀ ਗਈ ਆ ਉਹ ਪੁੱਛੀ ਗਈ ਰੰਗਦਾਰ ਭਾਗ ਦੀ, ਤੇ ਰੰਗਦਾਰ ਭਾਗ ਸਾਡੇ ਕੋਲ ਕਿੰਨੇ ਖਾਨੇ ਆ? 2। ਫਿਰ ਅਸੀਂ ਕੀ ਕਰ ਦਾਂਗੇ?
2/10। ਹੁਣ ਆਪਾਂ ਜਿਹੜੀ ਭਿੰਨ ਲੱਭਣੀ ਆ ਇਹਨਾਂ ਉੱਤਰ ਦੇ ਵਿੱਚੋਂ। ਬੱਚਿਓ 2/10 ਸਾਡੇ ਕੋਲ ਇੱਕ ਇੱਥੇ ਆ ਔਰ ਦੂਸਰਾ ਸਾਡੇ ਕੋਲ ਆਪਸ਼ਨ ਸੀ ਦੇ ਵਿੱਚ ਆ। ਫਿਰ ਆਪਾਂ ਕੀ ਕਰਾਂਗੇ, ਜਿਹੜਾ ਦਸ਼ਮਲਵ ਵਾਲੀ ਸੰਖਿਆ ਉਹ ਵੀ ਮਿਲਾਵਾਂਗੇ। ਜਦੋਂ ਬੱਚਿਓ ਆਪਾਂ ਇਸ 2/10 ਨੂੰ ਦਸ਼ਮਲਵ ਵਿੱਚ ਬਦਲਾਂਗੇ ਤਾਂ ਫਿਰ ਸਾਡੇ ਕੋਲ ਕੀ ਆਏਗਾ, ਉਹ ਉੱਤਰ ਆਉਂਦਾ ਹੈ 0.2। ਬੱਚਿਓ ਆ ਮੈਂ ਅੱਗੇ ਵੀ ਸਮਝਾਇਆ ਸੀ, ਪਰ ਹੁਣ ਤੁਸੀਂ ਕੀ ਕਰਨਾ, ਜਿਹੜਾ ਬੱਚਿਆਂ ਨੂੰ ਦਸ਼ਮਲਵ ਵਿੱਚ ਬਦਲਣਾ ਨਹੀਂ ਆਉਂਦਾ ਉਹ ਆਪਣੇ ਟੀਚਰ ਦੀ ਹੈਲਪ ਲੈ ਕੇ ਇਸ ਨੂੰ ਸਿੱਖ ਲੈਣਾ। ਹੁਣ ਇਹ ਦੋਨੋਂ ਚੀਜ਼ਾਂ ਸਾਡੀਆਂ ਆ ਰਹੀਆਂ ਆਪਸ਼ਨ ਏ ਦੇ ਵਿੱਚ, ਸੋ ਸਾਡਾ ਰਾਈਟ ਆਨਸਰ ਹੋਏਗਾ ਆਪਸ਼ਨ ਏ। ਸਵਾਲ ਨੰਬਰ 11, ਡੈਸ਼ ਖਾਲੀ ਖਾਨੇ ਵਿੱਚ ਕਿਹੜੀ ਸੰਖਿਆ ਭਰਨ ਤੇ ਇਹ 0.7 ਦੇ ਬਰਾਬਰ ਹੋਵੇਗਾ। ਬੱਚਿਓ ਆਪਾਂ ਇੱਥੇ ਭਰਨਾ ਕੁਛ 6 ਭਰਾਂਗੇ ਤਾਂ 0.7 ਨਹੀਂ ਆਊਗਾ, ਫਿਰ ਇਹਦਾ ਮਤਲਬ ਇੱਥੇ ਕੀ ਭਰਨਾ ਪਏਗਾ ਸਾਨੂੰ, ਆਪਸ਼ਨ ਐਡਾ 7 ਭਰਾਂਗੇ। ਜਦੋਂ 7 ਭਰਾਂਗੇ ਤਾਂ 0.7 ਬਣੇਗਾ, ਜੇ 3 ਭਰਾਂਗੇ ਤਾਂ 0.3 ਬਣੇਗਾ, 17 ਭਰਾਂਗੇ ਤਾਂ ਫਿਰ ਸਾਡੇ ਕੋਲ ਆਏਗਾ 1.7। ਪਰ ਸਾਡਾ ਅਸੀਂ ਕੀ ਚਾਹੀਦਾ ਸੀ, ਸਾਨੂੰ ਚਾਹੀਦਾ ਸੀ 0.7, ਉਹਦੇ ਲਈ ਸਾਨੂੰ ਇਹਦੇ ਵਿੱਚ 7 ਭਰਨਾ ਪਏਗਾ। ਸਵਾਲ ਨੰਬਰ 12, 17 ਰੁਪਏ 50 ਪੈਸੇ ਨੂੰ ਲਿਖਣ ਦਾ ਮਾਨਕ ਢੰਗ ਕਿਹੜਾ ਹੈ। ਬੱਚੋ 17 ਰੁਪਏ 50 ਪੈਸੇ ਨੂੰ ਆਪਾਂ ਕਿਸ ਤਰ੍ਹਾਂ ਸਹੀ ਲਿਖ ਸਕਦੇ ਹਾਂ, ਉਹ ਇਹਨਾਂ ਆਪਸ਼ਨ ਵਿੱਚੋਂ ਚੁਣਨਾ ਆ, ਔਰ ਇਹਦੀ ਜਿਹੜੀ ਰਾਈਟ ਆਪਸ਼ਨ ਆ ਉਹ ਆਪਸ਼ਨ ਆ ਬੱਚਿਓ ਆਪਸ਼ਨ ਨੰਬਰ ਬੀ। ਸਵਾਲ ਨੰਬਰ 13, ਜੇਕਰ ਇੱਕ ਸਾਈਕਲ ਦਾ ਮੁੱਲ 2600 ਹੈ ਤਾਂ ਹੇਠਾਂ ਦਿਖਾਏ ਸਾਈਕਲਾਂ ਦਾ ਮੁੱਲ ਪਤਾ ਕਰੋ। ਬੱਚਿਓ ਇੱਕ ਸਾਈਕਲ 2600 ਰੁਪਏ ਦਾ ਆਉਂਦਾ, ਸਾਰੇ ਸਾਈਕਲ ਕਿੰਨੇ ਦੇ ਆ ਉਹ ਆਪਾਂ ਹੁਣ ਲੱਭਣੇ ਆ। ਜਦੋਂ ਇਹੋ ਜਿਹਾ ਸਵਾਲ ਹੋਵੇ ਫਿਰ ਅਸੀਂ ਕੀ ਕਰਦੇ ਹੁੰਦੇ ਆ, ਗੁਣਾ ਕਰੀਦੀ ਆ। ਪਹਿਲਾਂ ਆਪਾਂ ਗਿਣਦੇ ਆ ਸਾਈਕਲ 1 2 3 4 5। ਬੱਚਿਓ 5 ਸਾਈਕਲ ਆ, ਇਹਨੂੰ ਹੱਲ ਕਰਨ ਦੇ ਲਈ ਅਸੀਂ ਕੀ ਕਰਾਂਗੇ, ਤੁਸੀਂ 2600 ਨੂੰ ਇੱਥੇ ਲਿਖ ਲੈਂਦੇ ਆ ਜੀ, 2600 ਨੂੰ ਤੁਸੀਂ ਗੁਣਾ ਕਰਨੀ ਹੈ ਬੱਚਿਓ 5 ਨਾਲ। ਤੁਸੀਂ ਇਹਨੂੰ ਜਦੋਂ ਗੁਣਾ ਕਰੋਗੇ ਤਾਂ ਉਹ ਦੇਖਦੇ ਕੀ ਆਉਂਦਾ ਬੱਚਿਓ, 5 ਨੂੰ 0 ਨਾਲ ਕੀਤੀ 0, 5 ਨੂੰ ਫਿਰ 0 ਨਾਲ ਗੁਣਾ ਕੀਤੀ ਇਹ ਵੀ 0, 5 ਨੂੰ ਫਿਰ 6 ਨਾਲ ਕਰਾਂਗੇ, 5 ਛਿੱਕਾ 30, 30 ਦੀ ਲੱਗਣੀ 0, ਬਾਕੀ ਸਾਡੇ ਕੋਲ ਬਚ ਗਏ ਬੱਚਿਓ 3, 5 ਦੂਣੀ 10, 10 ਦੇ ਵਿੱਚੋਂ 3 ਜੋੜੇ ਤਾਂ ਸਾਡੇ ਕੋਲ ਕਿੰਨਾ ਆ ਗਿਆ 13। ਇਹਦਾ ਮਤਲਬ ਜਿਹੜੇ 5 ਦੇ 5 ਸਾਈਕਲ ਆ ਸਾਨੂੰ 13000 ਦੇ ਪੈਣਗੇ, ਤੇ ਰਾਈਟ ਆਨਸਰ ਆ ਸਾਡੇ ਬੱਚਿਓ ਆਪਸ਼ਨ ਨੰਬਰ ਬੀ 13000। ਆਪਸ਼ਨ ਬੀ ਨੂੰ ਆਪਾਂ ਸਰਕਲ ਕਰ ਦਿੱਤਾ। ਸਵਾਲ ਨੰਬਰ 14, ਗੁਰਲੀਨ ਨੇ ਦੁਕਾਨਦਾਰ ਤੋਂ ਹੇਠਾਂ ਦਿੱਤਾ ਸਮਾਨ ਖਰੀਦਿਆ ਅਤੇ ਦੁਕਾਨਦਾਰ ਨੂੰ ਦਿਖਾਇਆ ਗਿਆ ਨੋਟ ਦਿੱਤਾ। ਦੁਕਾਨਦਾਰ ਗੁਰਲੀਨ ਨੂੰ ਕਿੰਨੇ ਰੁਪਏ ਵਾਪਸ ਕਰੇਗਾ। ਬੱਚਿਓ ਨੋਟ ਦਿੱਤਾ ਗੁਰਲੀਨ ਨੇ 2000 ਦਾ, ਜੋ ਚੀਜ਼ਾਂ ਖਰੀਦੀਆਂ ਉਹ ਸਾਡੇ ਕੋਲ ਇੱਥੇ ਲਿਖੀਆਂ ਹੋਈਆਂ ਨੇ। ਅਸੀਂ ਕਰਨਾ ਕੀ ਹੈ, ਸਭ ਤੋਂ ਪਹਿਲਾਂ ਅਸੀਂ ਕੁੱਲ ਲੱਭਾਂਗੇ ਵੀ ਕਿੰਨੇ ਦੀਆਂ ਚੀਜ਼ਾਂ ਉਹਨੇ ਖਰੀਦੀਆਂ। ਆਓ ਆਪਾਂ ਇੱਥੇ ਜੋੜ ਕਰ ਲੈਂਦੇ ਹਾਂ। ਜਦੋਂ ਇਸ ਸਾਈਡ ਦਾ ਆਪਾਂ ਇਕਾਈ ਦਾ ਜੋੜ ਕਰਾਂਗੇ, ਸਭ ਤੋਂ ਪਹਿਲਾਂ 5, ਫਿਰ ਦੂਸਰੇ 9 ਤੇ 3 12 ਤੇ 4 16, 6 ਲੱਗ ਗਏ ਬੱਚਿਓ, ਇਹਦੇ ਆਨਸਰ ਸਾਡੇ ਕੋਲ ਬਚਿਆ 1। ਜਦੋਂ ਹੁਣ ਆਪਾਂ ਆਹ ਸਾਈਡ ਜੋੜਾਂਗੇ 1 ਤੇ 6 7 ਤੇ 4 11, ਬੱਚਿਓ 1165 ਰੁਪਏ ਦਾ ਉਹਨੇ ਸੌਦਾ ਲਿਆ, ਦਿੱਤੇ ਸੀ 2000 ਰੁਪਈਆ, ਫਿਰ ਬਾਕੀ ਕਿੰਨੇ ਬਚਣਗੇ। ਜਦੋਂ ਅਸੀਂ ਬਾਕੀ ਲੱਭਣੇ ਹੁੰਦੇ ਆ ਤਾਂ ਫਿਰ ਅਸੀਂ ਕੀ ਕਰੀਦੀ ਆ, ਘਟਾਓ। ਫਿਰ ਆਪਾਂ ਕੀ ਕਰਨਾ, ਹੁਣ 2000 ਵਿੱਚੋਂ 1165 ਰੁਪਏ ਮਾਈਨਸ ਕਰ ਦੇਣੇ ਹਨ। ਬੱਚੇ ਹੁਣ ਮਾਈਨਸ ਕਰਨੇ ਤੁਹਾਨੂੰ ਆਉਂਦੇ ਆ, ਆਪਾਂ ਜ਼ਿਆਦਾ ਡਿਟੇਲ 'ਚ ਮਾਈਨਸ 'ਚ ਨਹੀਂ ਜਾਣਾ ਕਿਉਂਕਿ ਵੀਡੀਓ ਜਿਹੜੀ ਤੁਹਾਡੀ ਫਿਰ ਹੋਰ ਵੱਡੀ ਹੋ ਜਾਣੀ ਆ। ਹੁਣ ਮੈਂ ਆਪਣੇ ਹਿਸਾਬ ਨਾਲ ਦੱਸਦਾ ਬੱਚੇ, ਇੱਥੇ ਆ ਗਿਆ 5, ਇੱਥੇ ਆ ਗਏ 3 ਤੇ ਇੱਥੇ ਆ ਗਏ ਸਾਡੇ ਕੋਲ 8।
ਬਾਕੀ ਜਿਹੜਾ ਦੁਕਾਨਦਾਰ ਉਹਨੂੰ ਮੋੜੇਗਾ 835 ਰੁਪਏ। ਉਹ ਆ ਜੀ ਬੱਚੇ ਆਪਸ਼ਨ ਬੀ। ਆਓ ਦੇਖਦੇ ਹਾਂ ਸਵਾਲ ਨੰਬਰ 15। ਹੇਠਾਂ ਦਿੱਤੀਆਂ ਆਕ੍ਰਿਤੀਆਂ ਵਿੱਚੋਂ ਕਿਹੜੀ ਆਕ੍ਰਿਤੀ ਦਾ ਪਰਿਮਾਪ 6 ਸੈਂਟੀਮੀਟਰ ਹੈ। ਬੱਚਿਓ ਪਰਿਮਾਪ ਲੱਭਣਾ ਪਹਿਲਾਂ ਵੀ ਮੈਂ ਦੱਸਿਆ ਸੀ। ਪਰਿਮਾਪ ਕੀ ਹੁੰਦਾ, ਇਹ ਜਿਹੜੀਆਂ ਸਾਨੂੰ ਕਿਸੇ ਵੀ ਆਕ੍ਰਿਤੀ ਦੀਆਂ ਸਾਈਡਾਂ ਦਿੱਤੀਆਂ ਗਈਆਂ ਹਨ, ਇਹਦਾ ਜਿਹੜਾ ਜੋੜ ਆ ਉਹ ਕੀ ਹੁੰਦਾ, ਪਰਿਮਾਪ। ਹੁਣ ਇਹਦਾ ਮਤਲਬ ਜਦੋਂ ਇਹਦੀਆਂ ਜਿਹੜੀਆਂ ਅਸੀਂ ਸਾਈਡਾਂ, ਇਹ 2 ਸੈਂਟੀਮੀਟਰ ਆ, ਇਹ ਵੀ 2 ਆ ਔਰ ਇਹ ਵੀ 2, ਇਹਨਾਂ ਤਿੰਨਾਂ ਨੂੰ ਜੋੜਾਂਗੇ 2 ਤੇ 2 4 ਤੇ 2 6। ਇਹਦਾ ਜਿਹੜਾ ਪਰਿਮਾਪ ਕਿੰਨਾ ਹੋ ਗਿਆ, 6। ਫਿਰ ਇੱਧਰ ਵੀ ਦੇਖ ਲਓ, ਇੱਥੇ 3 ਆ, ਇਹਦੀ ਜਿਹੜੀ ਸਾਹਮਣੇ ਦੀ ਸਾਈਡ ਆ ਉਹ ਵੀ 3 ਹੋਏਗੀ, ਇੱਥੇ 1 ਆ ਤੇ ਇੱਧਰ ਵੀ 1 ਹੋਏਗਾ। ਹੁਣ ਬੱਚਿਓ ਪਰਿਮਾਪ ਲਈ ਮੈਂ ਇਹੀ ਦੱਸਿਆ ਵੀ ਸਾਰੇ ਸਾਈਡਾਂ ਦਾ ਜਿਹੜਾ ਟੋਟਲ ਕਰ ਲੈਣਾ। ਜੇ ਆਪਾਂ ਇੱਥੋਂ ਸ਼ੁਰੂ ਕਰੀਏ 3 1 4 4 ਤੇ 3 7 ਤੇ 1 8, ਇਹਦਾ ਪਰਿਮਾਪ 8 ਆ ਰਿਹਾ ਵਾ। ਫਿਰ ਇਸੇ ਤਰ੍ਹਾਂ ਜਿਹੜੇ ਇਹ ਵਰਗ ਦਿੱਤਾ ਆ, ਵਰਗ ਦੀਆਂ ਸਾਰੀਆਂ ਭੁਜਾਵਾਂ ਜਿਹੜੀਆਂ ਬਰਾਬਰ ਹੁੰਦੀਆਂ ਆ, ਇਹਦਾ ਮਤਲਬ ਸਾਰੀਆਂ ਕਿੰਨੀਆਂ ਹੋ ਗਈਆਂ, 2 2। ਜਦੋਂ ਇਹਨੂੰ ਟੋਟਲ ਕਰਾਂਗੇ ਚਾਰਾਂ ਨੂੰ ਤੇ ਇਹ ਵੀ 8 ਆ ਜਾਣਾ। ਇਸੇ ਤਰ੍ਹਾਂ ਇਹਦਾ ਫੇਰ ਆਮੋ ਸਾਹਮਣੇ ਵਾਲਾ ਇਹ 3 ਹੋ ਗਿਆ ਤੇ ਇਹਦੀ ਸਾਹਮਣੇ ਵਾਲੀ ਹੋ ਗਈ 2। ਜਦੋਂ ਇਹਨੂੰ ਜੋੜਾਂਗੇ 3 ਤੇ 2 5 3 8 ਤੇ 2 10। ਫਿਰ 6 ਸਾਡਾ ਕਿੱਥੇ ਆ ਰਿਹਾ ਸੀ ਪਹਿਲੀ ਵਾਰੀ, ਸੋ ਆਪਸ਼ਨ ਏ ਜਿਹੜੀ ਹੈ ਉਹ ਸਾਡਾ ਰਾਈਟ ਆਨਸਰ ਹੋਏਗਾ। ਹੇਠਾਂ ਦਿੱਤੇ ਚਿੱਤਰਾਂ ਨੂੰ ਧਿਆਨ ਨਾਲ ਦੇਖੋ। ਬੱਚਿਓ ਇਹ ਚਿੱਤਰ ਦਿੱਤੇ ਗਏ ਆ 1 2 3 4। ਕਿਸ ਚਿੱਤਰ ਦਾ ਖੇਤਰਫਲ 6 ਵਰਗ ਸੈਂਟੀਮੀਟਰ ਦੇ ਬਰਾਬਰ ਹੈ। ਬੱਚਿਓ ਇਹ ਜਿਹੜਾ ਹਰ ਇੱਕ ਡੱਬਾ ਆ ਉਹ ਜਿਹੜਾ ਆ 1 ਸੈਂਟੀਮੀਟਰ ਦਾ ਆ। ਅਸੀਂ ਲੱਭਣਾ ਆ 6 ਵਰਗ ਸੈਂਟੀਮੀਟਰ ਖੇਤਰਫਲ। ਬੱਚਿਓ ਆਪਾਂ ਹੁਣ ਇਹਦੇ ਵਿੱਚ ਕੀ ਕਰਾਂਗੇ, ਜਿਹਦੀ ਗਿਣਤੀ ਡੱਬਿਆਂ ਦੀ 6 ਹੋਏਗੀ ਸਾਡਾ ਉਹੀ ਆਨਸਰ ਹੋਏਗਾ। ਔਰ ਉਹ ਜਿਹੜਾ ਚਿੱਤਰ ਆ ਸਾਡੇ ਕੋਲ ਚਿੱਤਰ ਨੰਬਰ 1 ਆ। ਸੋ ਸਾਡਾ ਰਾਈਟ ਆਨਸਰ ਕੀ ਹੋ ਗਿਆ, ਚਿੱਤਰ ਨੰਬਰ 1, ਆਪਸ਼ਨ ਏ। ਸਵਾਲ ਨੰਬਰ 17। ਭੁਜਾ ਗੁਣਾ ਭੁਜਾ ਡੈਸ਼ ਦਾ ਖੇਤਰਫਲ ਹੈ। ਬੱਚਿਓ ਇੱਕ ਫਾਰਮੂਲਾ ਹੁੰਦਾ ਭੁਜਾ ਗੁਣਾ ਭੁਜਾ ਖੇਤਰਫਲ ਲੱਭਣ ਲਈ। ਇਹ ਕਿਹਦਾ ਫਾਰਮੂਲਾ ਆ, ਆਪਸ਼ਨ ਦਿੱਤੀਆਂ ਸਾਨੂੰ ਆਇਤ, ਵਰਗ, ਤਿਕੋਣ ਤੇ ਚੱਕਰ। ਬੱਚਿਓ ਇਹ ਜਿਹੜਾ ਫਾਰਮੂਲਾ ਆ ਇਹ ਹੁੰਦਾ ਆ ਵਰਗ ਦਾ। ਸੋ ਸਾਡਾ ਰਾਈਟ ਆਨਸਰ ਕੀ ਹੋ ਜਾਏਗਾ, ਵਰਗ, ਆਪਸ਼ਨ ਨੰਬਰ ਬੀ। 18ਵਾਂ ਜੀ ਸਮਝੋ ਅਤੇ ਨਮੂਨਾ ਪੂਰਾ ਕਰੋ। ਬੱਚਿਓ ਇਹਦੇ ਵਿੱਚ ਸਾਨੂੰ ਕੀ ਆ, ਇਹ ਤਿਕੋਣ ਦਿੱਤੀਆਂ ਗਈਆਂ, ਇੱਥੇ ਅਸੀਂ ਲਾਸਟ ਵਿੱਚ ਜੋ ਆਏਗਾ ਉਹ ਅਸੀਂ ਪਤਾ ਕਰਨਾ ਆ। ਸਾਨੂੰ ਜੋ ਦਿੱਤਾ ਗਿਆ ਅਸੀਂ ਇਹਨੂੰ ਧਿਆਨ ਨਾਲ ਦੇਖਾਂਗੇ ਵੀ ਇਹਨਾਂ ਵਿੱਚ ਆਪਸ ਵਿੱਚ ਕੀ ਰਿਲੇਸ਼ਨ ਆ, ਜਾਂ 5 ਤੋਂ 25 ਕਿੱਦਾਂ ਆਏ, ਫਿਰ 45 ਕਿੱਦਾਂ ਆਏ, ਜਾਂ 65 ਕਿੱਦਾਂ ਆਏ। ਅਸੀਂ ਇਹਨੂੰ ਪਹਿਲਾਂ ਸੋਚਾਂਗੇ, ਫਿਰ ਆਪਾਂ ਇਹਦਾ ਉੱਤਰ ਲੱਭ ਸਕਦੇ ਹਾਂ। ਬੱਚਿਓ ਆਪ ਸਭ ਨੂੰ ਪਹਿਲਾਂ ਆਪਾਂ ਦੇਖਦੇ ਹਾਂ ਵੀ ਪਹਿਲੀ ਤਿਕੋਣ ਦੇ ਵਿੱਚ ਸਾਡੇ ਕੋਲ ਕੀ ਹੈ 5, ਫਿਰ ਕਿੰਨੇ ਬਣ ਗਏ 25। ਇਹਦਾ ਮਤਲਬ 5 ਤੋਂ 25 ਬਣਨ ਲਈ ਇਹਦੇ ਵਿੱਚ 5 ਦੇ ਵਿੱਚ ਅਸੀਂ 20 ਜੋੜਿਆ। ਇਸੇ ਤਰ੍ਹਾਂ ਜੇ ਅਸੀਂ 25 ਵਿੱਚ 20 ਜੋੜਾਂਗੇ ਤਾਂ ਉਹ 45 ਆਉਂਦੇ ਆ। ਜਦੋਂ 45 'ਚ 20 ਜੋੜਾਂਗੇ ਉਹ 65 ਆਉਂਦੇ ਆ। ਹੁਣ ਇਸੇ ਤਰ੍ਹਾਂ ਜਦੋਂ 65 ਵਿੱਚ ਅਸੀਂ 20 ਜੋੜਾਂਗੇ ਉਹ ਫਿਰ ਸਾਡਾ ਕੀ ਆ ਜਾਊਗਾ, ਉਹ ਆ ਜਾਊਗਾ ਬੱਚਿਓ 85। 80 5 85। ਇਸੇ ਤਰ੍ਹਾਂ ਜਦੋਂ ਅੰਗਰੇਜ਼ੀ ਦੇ ਅੱਖਰ ਦੇਖਾਂਗੇ, ਦੇਖੋ M N O P ਕੀ ਆਏਗਾ, ਇੱਥੇ ਆ ਜਾਏਗਾ Q। ਫਿਰ ਸਾਡਾ ਰਾਈਟ ਆਨਸਰ ਕੀ ਹੋ ਗਿਆ 85 Q, ਔਰ 85 Q ਬੈਠਾ ਆ ਆਪਸ਼ਨ ਨੰਬਰ ਡੀ ਤੇ। ਇਹ ਸਾਡਾ ਰਾਈਟ ਆਨਸਰ। ਅੱਗੇ ਆਓ ਦੇਖਦੇ ਆ ਸਵਾਲ ਨੰਬਰ 19। ਅਗਲੀ ਵਰਗ ਸੰਖਿਆ ਕੀ ਹੋਵੇਗੀ। ਬੱਚਿਓ ਵਰਗ ਸੰਖਿਆ ਕੀ ਹੁੰਦਾ ਵੀ ਇੱਕੋ ਅੰਕ ਨੂੰ ਅਸੀਂ 2 ਵਾਰੀ ਗੁਣਾ ਕਰਦੇ ਹਾਂ। ਹੁਣ ਪਹਿਲਾਂ ਸਾਡੇ ਕੋਲ ਆ 1 ਗੁਣਾ 1, 2 ਗੁਣਾ 2, ਫਿਰ 3 ਗੁਣਾ 3। 3 ਗੁਣਾ 3 ਦਾ ਮਤਲਬ ਦੇਖੋ ਇੱਧਰ ਨੂੰ ਵੀ 3 ਆ, ਥੱਲੇ ਨੂੰ ਵੀ 3 ਆ, ਔਰ ਹਰ ਲਾਈਨ ਦੇ ਵਿੱਚ ਕੀ ਆ 3 3 ਆ। ਫਿਰ ਸਾਡੇ ਕੋਲ ਇੱਥੇ ਆਏਗਾ 4 ਗੁਣਾ 4। 4 ਗੁਣਾ 4 ਮਤਲਬ ਪੂਰੀ ਜਿਹੜੀ ਵਰਗ ਦਿੱਤਾ ਹੈ ਉਹਦੇ ਵਿੱਚ ਕਿੰਨੀਆਂ ਬਿੰਦੀਆਂ ਹੋ ਗਈਆਂ, 4 ਚੌਕੇ 16, ਜਾਂ ਇੱਕ ਲਾਈਨ 'ਚ 4। ਹੁਣ ਜੇ ਆਪਾਂ ਦੇਖੀਏ ਇੱਕ ਲਾਈਨ 'ਚ 4 4 ਉਹ ਕਿੱਥੇ ਆ ਰਹੀਆਂ, ਇਹ ਵੀ ਨਹੀਂ, ਇਹ ਹੈ ਜੀ 1 2 3 4। ਥੱਲੇ ਨੂੰ ਗਿਣਾਂਗੇ ਤਾਂ ਵੀ 1 2 3 4,
ਵਿਚਕਾਰਲੀ ਲਾਈਨ ਗਿਣ ਕੇ ਦੇਖ ਲਓ 1 2 3 4 ਜਾਂ ਟੋਟਲ ਅਸੀਂ ਜਦੋਂ ਇਹਦਾ ਗਿਣਾਂਗੇ ਕੀ ਆ ਜਾਏਗਾ 4 ਚੌਕੇ 16। ਸੋ ਸਾਡਾ ਰਾਈਟ ਆਂਸਰ ਕੀ ਹੋ ਗਿਆ ਆਪਸ਼ਨ ਸੀ। ਸਵਾਲ ਨੰਬਰ 20 ਰੰਗਦਾਰ ਡੱਬਿਆਂ ਵਿਚਲੀਆਂ ਸੰਖਿਆਵਾਂ ਦਾ ਸਹੀ ਜੋੜ ਪਤਾ ਕਰੋ। ਜੋ ਇਹ ਸੌਖਾ ਸਵਾਲ ਆ। ਇਹ ਜਿੰਨੀਆਂ ਰੰਗਦਾਰ ਡੱਬੇ ਵਿੱਚ ਸੰਖਿਆਵਾਂ ਤੁਸੀਂ ਇਹਨਾਂ ਨੂੰ ਜੋੜ ਕਰਨਾ ਆ, ਜਿੰਨਾ ਇਹਦਾ ਉੱਤਰ ਆ ਜਾਂਦਾ ਆ ਉਹ ਸਾਡਾ ਆਨਸਰ ਹੋਏਗਾ। ਹੁਣ ਜੋੜਨ ਲਈ ਕੀ ਆ 8 9 10 15 16 17 22 23 24। ਬੱਚਿਓ ਇਹ ਸਵਾਲ ਨੂੰ ਤੁਸੀਂ ਹੁਣ ਜੋੜ ਲਓ, ਮੈਨੂੰ ਜੋੜਨ ਨੂੰ ਇੱਥੇ ਟਾਈਮ ਲੱਗ ਜਾਣਾ। ਚਲੋ 8 9 10 ਫਿਰ ਬੱਚਿਓ ਆ ਗਿਆ 15। ਕਈ ਬੱਚਿਆਂ ਨੇ ਤਾਂ ਇਹਨੂੰ ਮੂੰਹ ਜ਼ਬਾਨੀ ਵੀ ਕਰ ਲੈਣਾ, ਪਰ ਆਪਾਂ ਤੁਹਾਡੀ ਸੌਖ ਲਈ ਜਾਂ ਤੁਹਾਨੂੰ ਸਮਝਾਉਣ ਦੇ ਲਈ ਆਪਾਂ ਲਿਖ ਕੇ ਕਰ ਰਹੇ ਹਾਂ। ਫਿਰ 17 ਫਿਰ 22। ਹੁਣ ਤਾਂ ਕਈ ਬੱਚਿਆਂ ਨੇ ਤਾਂ ਇਹਨੂੰ ਜੋੜ ਵੀ ਲਿਆ ਹੋਣਾ ਆ। ਚਲੋ ਦੇਖਦੇ ਹਾਂ। ਫਿਰ 23 ਫਿਰ ਉਸ ਤੋਂ ਬਾਅਦ 24। ਇਹਨਾਂ ਪੇਪਰਾਂ ਵਿੱਚ ਜ਼ਰੂਰੀ ਨਹੀਂ ਵੀ ਤੁਸੀਂ ਇਹ ਸਾਰੇ ਸਵਾਲ ਲਿਖ ਕੇ ਕਰਨੇ ਆ। ਜੇ ਕੋਈ ਵੀ ਬੱਚਾ ਕੋਈ ਵੀ ਸਵਾਲ ਮੂੰਹ ਜ਼ਬਾਨੀ ਕਰ ਸਕਦਾ ਤਾਂ ਉਹਦੇ ਵੀ ਪੂਰੇ ਹੀ ਨੰਬਰ ਮਿਲਣੇ ਹਨ। ਆਓ ਕਰਦੇ ਹਾਂ ਜੋੜ। 4 3 7 2 9 9 ਤੇ 7 16 ਤੇ 6 22 ਤੇ 5 27 27 ਤੇ 9 36 ਤੇ 8 44। ਬੱਚਿਓ ਇਹ ਆ ਗਿਆ ਸਾਡਾ 44। 44 ਦਾ ਚੌਕਾ ਹਾਸਲ ਵੀ ਆ ਗਈ ਇਸ ਸਾਈਡ ਤੇ ਸਾਡੇ ਕੋਲ 4। ਇਹ ਵਾਲੀ ਸਾਈਡ ਆਪਾਂ ਹੁਣ ਜਿਹੜੀ ਆ ਇਹਨੂੰ ਜੋੜਨਾ ਆ। 4 5 6 7 8 9 10 11 12 13 14। ਉੱਤਰ ਆ ਗਿਆ ਜੀ ਸਾਡਾ 144। 144 ਸਾਡੇ ਕੋਲ ਦੇਖੋ ਜੀ ਹੈਗਾ ਆ ਆਪਸ਼ਨ ਏ। ਸੋ ਸਾਡਾ ਰਾਈਟ ਆਂਸਰ ਕੀ ਹੋ ਗਿਆ ਆਪਸ਼ਨ ਏ। ਬੱਚਿਓ ਇਹ ਸੀ ਤੁਹਾਡਾ ਜੋ ਦਸੰਬਰ ਵਿੱਚ ਪੇਪਰ ਮੈਥ ਦਾ ਆਉਣਾ ਟਰਮ 1 ਦਾ ਉਹਦਾ ਇੱਕ ਸੈਂਪਲ ਪੇਪਰ। ਇਹਦੇ ਨਾਲ ਦੇ ਰਲਦੇ ਮਿਲਦੇ ਹੀ ਸਵਾਲ ਤੁਹਾਨੂੰ ਪੇਪਰ ਵਿੱਚ ਆਉਣੇ ਆ। ਪੇਪਰ ਕਰਨਾ ਬਹੁਤ ਹੀ ਆਸਾਨ ਹੋ ਗਿਆ ਕਿਉਂਕਿ ਆਪਾਂ ਨੂੰ ਹੱਲ ਕਰਨਾ ਜਿਹੜਾ ਇਹਦੇ ਵਿੱਚ ਲੋੜ ਨਹੀਂ, ਦਿੱਤੀਆਂ ਆਪਸ਼ਨ ਵਿੱਚੋਂ ਹੀ ਸਹੀ ਅਸੀਂ ਆਨਸਰ ਚੂਜ਼ ਕਰ ਲੈਣਾ ਆ ਜਾਂ ਚੁਣ ਲੈਣਾ ਆ। ਫਿਰ ਵੀ ਜੇ ਕਿਤੇ ਤੁਹਾਨੂੰ ਰਫ ਕਰਨ ਦੀ ਲੋੜ ਹੋਈ ਜਾਂ ਕਿਤੇ ਜੋੜ ਘਟਾਓ ਕਰਨ ਲਈ ਲੋੜ ਮਹਿਸੂਸ ਹੋਈ ਤਾਂ ਤੁਸੀਂ ਪੇਪਰ ਉੱਪਰ ਕਰ ਸਕਦੇ ਹੋ। ਜੇ ਨਹੀਂ ਵੀ ਕਰੋਗੇ ਤਾਂ ਵੀ ਤੁਹਾਨੂੰ ਜਿਹੜੇ ਨੰਬਰ ਆ ਉਹ ਪੂਰੇ ਮਿਲਣਗੇ। ਆਸ ਕਰਦਾ ਕਿ ਬੱਚਿਓ ਤੁਹਾਨੂੰ ਇਹਦੇ ਵਿੱਚੋਂ ਬਹੁਤ ਕੁਝ ਸਮਝ ਲੱਗੇਗੀ। ਜੇ ਫਿਰ ਵੀ ਕਿਤੇ ਕੋਈ ਸਮੱਸਿਆ ਆਉਂਦੀ ਹੈ ਤਾਂ ਤੁਸੀਂ ਆਪਣੇ ਟੀਚਰ ਦੀ ਹੈਲਪ ਜ਼ਰੂਰ ਲੈ ਲੈਣੀ। ਥੈਂਕ ਯੂ ਪੁੱਤਰ ਜੀ।